मेरा ख्याल सफिशिएंट आवाज है जी। हाँ जी करो सर। सब तो पहला तो मैं ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢਿਆ। ਅਸਲੀ ਗੱਲ ਹੈ ਕਿ ਜਿਸ ਦਿਨ ਤੋਂ ਕੈਪਟਨ ਅਮਰਿੰਦਰ ਸਿੰਘ ਜਿਹੜੀ ਦਿੱਲੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਆਏ ਆ, ਉਸ ਦਿਨ ਤੋਂ ਬੜੀਆਂ ਸਿਲੈਕਟਿਵ ਜੀਆਂ ਲੀਕੇਜ ਤੇ ਜਿਹਦੇ ਵਿੱਚ ਜਿਹੜੇ ਡੋਜ਼ੀਅਰ ਬਣਾ ਕੇ ਦਿੱਤੇ ਗਏ ਆ MLAs ਤੇ ਮਿਨਿਸਟਰਸ ਦੇ, ਤੇ ਉਹਦੀਆਂ ਖਬਰਾਂ ਕਾਫੀ ਆ ਰਹੀਆਂ। ਇੱਕ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਤੁਸੀਂ ਪਬਲਿਕਲੀ ਦੱਸੋ ਵੀ ਜੇ ਇਹ ਡੋਜ਼ੀਅਰ ਗਏ ਆ ਤੇ ਇਹ ਕਰਪਟ ਬੰਦੇ ਕਿਹੜੇ ਆ, ਤੇ ਜੇ ਮੇਰਾ ਵੀ ਉਹਦੇ ਵਿੱਚ ਹੈਗਾ ਤਾਂ ਮੇਰਾ ਵੀ ਸਭ ਤੋਂ ਪਹਿਲਾਂ ਭਾਵੇਂ ਜਿਹੜਾ ਕੱਢ ਕੇ ਦੱਸੋ। ਔਰ ਹੈਰਾਨਗੀ ਦੀ ਗੱਲ ਪਤਾ ਕੀ ਆ ਕਿ ਇੱਕ ਮਿਨਿਸਟਰ ਜਿਹੜਾ 2 ਵਾਰੀ ਇੱਕ ਜ਼ਮੀਨ ਦੀ ਕੰਪਨਸੇਸ਼ਨ ਲੈ ਗਿਆ, ਉਹ ਅੱਜ ਕੱਲ੍ਹ ਜਿਹੜੇ ਸ਼ਾਰਪ ਸ਼ੂਟਰ ਬਣੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਜੀ, ਕਿੱਥੇ ਕੁ ਤੱਕ ਆਪਾਂ ਇਹਨਾਂ ਨੂੰ ਲੁਕੋ ਲਵਾਂਗੇ, ਕਿੱਥੇ ਕੁ ਤੱਕ ਆਪਾਂ ਸਿਲੈਕਟਿਵ ਲੀਕੇਜ ਕਰਕੇ ਸਿਲੈਕਟਿਵ ਬੰਦਿਆਂ ਦੇ ਡੋਜ਼ੀਅਰ ਬਣਾ ਕੇ, ਤੇ ਜੇ ਹੁਣ ਤੱਕ ਜੇ ਤੁਹਾਨੂੰ ਸਾਰੀਆਂ ਇਹਨਾਂ ਚੀਜ਼ਾਂ ਦਾ ਪਤਾ ਸੀ ਤਾਂ ਫਿਰ ਆਪਾਂ ਕਿੱਥੇ ਖੜੇ ਆ। ਜੇ ਇਹ ਇਨ ਰਾਈਟਿੰਗ ਦੇ ਕੇ ਆਏ ਆ, ਇਹ ਕਲੈਰੀਫਾਈ ਕਰਨ, ਜੇ ਇਨ ਰਾਈਟਿੰਗ ਦੇ ਕੇ ਆਏ ਆ ਤਾਂ ਫਿਰ ਇਹ ਇਹਨਾਂ ਦੀ ਇੱਕ ਕਨਫੈਸ਼ਨਲ ਸਟੇਟਮੈਂਟ ਆ ਕਿ ਹੀ ਇਜ਼ ਰਨਿੰਗ ਏ ਕਰਪਟ ਗਵਰਨਮੈਂਟ। ਔਰ ਮੈਂ ਤਾਂ ਇਸ ਗੱਲ ਤੇ ਹੈਰਾਨ ਹੈ, ਆ ਮੇਰੇ ਕੋਲ ਕਾਗਜ਼ ਹੈਗੇ ਆ, ਗਵਰਨਮੈਂਟ ਨੇ 4 ਸਾਲ ਪਹਿਲਾਂ ਇੱਕ ਇਰੀਗੇਸ਼ਨ ਘੁਟਾਲਾ ਫੜਿਆ ਤੇ ਉਸ ਘੁਟਾਲੇ ਦੇ ਵਿੱਚ ਕਨਫੈਸ਼ਨਲ ਸਟੇਟਮੈਂਟ ਵੀ ਆ, ਜਿਹਦੇ ਵਿੱਚ 3 IAS ਆਫੀਸਰ ਤੇ 2 ਪੋਲੀਟੀਸ਼ੀਅਨ ਆ। ਤੇ ਜੇ ਕਨਫੈਸ਼ਨਲ ਸਟੇਟਮੈਂਟ ਵੀ ਹੈਗੀ ਆ ਤੇ ਫਿਰ ਇਹਨਾਂ ਡੋਜ਼ੀਅਰ ਦਾ ਕੀ ਬਣਿਆ, ਇਹ ਕਿੱਥੇ ਰਹਿ ਗਏ? ਕਿਉਂਕਿ ਜੇ ਇਹੋ ਜਿਹੀ ਸੋਚ ਨਾਲ ਆਪਾਂ ਚੱਲਣ ਡਏ ਆ ਤਾਂ ਫਿਰ ਆਪਾਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ। ਔਰ ਉਹਦੇ ਨਾਲ ਨਾਲ ਕਿਉਂਕਿ ਇਹਦੇ ਵਿੱਚ 35 ਕਰੋੜ ਤੇ 35 ਲੱਖ ਰੁਪਏ ਦਾ ਜਿਹੜਾ ਗੁਰਿੰਦਰ ਸਿੰਘ ਜਿਹੜਾ ਫੜ ਹੋਇਆ ਸੀ, ਉਹਦੀ ਸਟੇਟਮੈਂਟ ਆ, ਉਹਨੂੰ ਕਦੀ ਕਰੈਬੋਰੇਟ ਕੀਤਾ, ਉਹਦੀਆਂ ਫਰਦਰ 2 ਫਾਈਲਾਂ ਕਦੀ ਉਹ ਡਿਪਾਰਟਮੈਂਟ ਨੂੰ ਚਲੇ ਜਾਂਦੀਆਂ, ਕਦੀ ਉਹ ਕਿਸੇ ਪਾਸੇ ਨੂੰ ਚਲੇ ਜਾਂਦੀਆਂ। ਔਰ ਉਹਦੇ ਨਾਲ ਨਾਲ ਇੱਕ 1200 ਕਰੋੜ ਰੁਪਏ ਦਾ ਜਿਹੜਾ ਸੁਰਿੰਦਰਪਾਲ ਪਹਿਲਵਾਨ ਆ, ਉਹਦੇ ਤੇ ਪਰਚਾ ਦਰਜ ਕੀਤਾ ਸੀ। ਤੇ ਮੈਂ ਇਸ ਗੱਲ ਦੀ ਹੈਰਾਨਗੀ ਮਹਿਸੂਸ ਕਰਦਾ ਵੀ 1200 ਕਰੋੜ ਰੁਪਈਆ ਸਿਸਟਮ ਦੇ ਵਿੱਚੋਂ ਇੱਕੋ ਹੀ ਬੰਦਾ ਖਾ ਗਿਆ। ਉਹਦੇ ਵਿੱਚ ਨਾ ਕੋਈ ਪੋਲੀਟੀਕਲ ਬੰਦਾ ਸੀ, ਨਾ ਕੋਈ ਬਿਊਰੋਕਰੈਟ ਸੀ, ਨਾ ਕੋਈ ਥੱਲੇ ਸੀ, ਨਾ ਕੋਈ ਉੱਪਰ ਸੀ। ਤੇ ਜੇ ਇਹੋ ਜਿਹਾ ਸਿਸਟਮ ਹੈ ਤੇ ਫਿਰ ਆਪਾਂ ਜਿਹੜਾ 32,000 ਕਰੋੜ ਰੁਪਏ ਦੀਆਂ ਤਨਖਾਹਾਂ ਦਿੰਦੇ ਆ, ਉਹ ਕਾਹਦੇ ਲਈ ਦਿੰਦੇ ਆ? ਉਹਨੂੰ ਕੋਈ ਸੁਪਰਵਾਈਜ਼ ਕਰਨ ਵਾਲਾ ਨਹੀਂ ਸੀ। ਅਕਾਲੀ ਦਲ ਦੀ ਸਰਕਾਰ ਸੀ, BJP ਨਾਲ ਉਹਦੀ ਭਾਈਵਾਲ ਸੀ, ਤੇ ਉਹ ਕਿੱਥੇ ਐਗਜ਼ੀਕਿਊਟ ਹੋਇਆ? ਮੈਨੂੰ ਨਹੀਂ ਲੱਗਦਾ ਕਦੀ ਇਸ ਗੱਲ ਤੇ ਆਪਾਂ ਗੌਰ ਵੀ ਕੀਤੀ ਹੋਵੇ। ਔਰ ਏਸੀ ਵਿਜੀਲੈਂਸ ਡਿਪਾਰਟਮੈਂਟ ਨੇ 2003 ਦੇ ਵਿੱਚ ਡਿਸਪ੍ਰਪੋਰਸ਼ਨੇਟ ਐਸੈਟਸ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਤੇ ਪਰਿਵਾਰ ਤੇ ਪਰਚਾ ਦਰਜ ਕੀਤਾ ਸੀ। ਔਰ ਉਹਦਾ IO ਸੁਰਿੰਦਰਪਾਲ ਸੀ ਤੇ ਸੁਪਰਵਾਈਜ਼ਰੀ ਆਫੀਸਰ BK ਉੱਪਰ ਸੀ। ਤੇ ਉਹ ਐਂਡ ਆਫ ਦਾ ਡੇ ਜਦੋਂ ਉਹਨਾਂ ਦੀ ਇਕੁਇਟਲ ਹੋਈ ਆ, ਉਹਦੇ ਵਿੱਚ 59 ਜਿਹੜੇ ਗਵਾਹ ਆ ਉਹ ਹੌਸਟਾਈਲ ਹੋਏ ਆ, ਇਨਕਲੂਡਿੰਗ IO ਐਂਡ ਸੁਪਰਵਾਈਜ਼ਰੀ ਆਫੀਸਰ।
ਔਰ ਮੈਨੂੰ ਕਿਉਂਕਿ ਮੈਂ ਥੋੜ੍ਹੀ ਬਹੁਤੀ ਨੌਕਰੀ ਵੀ ਕੀਤੀ ਆ, ਜਿੰਨੀ ਕੁ ਮੈਨੂੰ ਗੱਲ ਸਮਝ ਆਉਂਦੀ ਆ, ਕਿਉਂਕਿ ਜੇ ਇੱਦਾਂ ਦੇ ਅਸੀਂ ਕੰਮ ਕਰਦੇ ਆ ਔਰ ਉਸ ਜੱਜਮੈਂਟ ਦੇ ਵਿੱਚ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਤੇ ਆਈ ਸੀ, ਉਹਦੇ ਵਿੱਚ ਬੇਸਿਕਲੀ BK ਉੱਪਰ ਲਈ ਰਿਕਮੈਂਡ ਹੋਇਆ ਸੀ ਵੀ ਇਹਦੇ ਤੇ ਪਰਚਰੀ ਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ ਔਰ ਇਹ ਹਾਈ ਕੋਰਟ ਦੇ ਵਿੱਚ ਅਨਕੰਡੀਸ਼ਨਲ ਅਪੋਲੋਜੀ ਲੈ ਕੇ ਤੇ ਉਹ ਕੇਸ ਜਿਹੜਾ ਆ ਉਹ ਸੈਟਲ ਹੋਇਆ। ਕੈਪਟਨ ਅਮਰਿੰਦਰ ਸਿੰਘ ਜੀ, ਆਪਾਂ ਇਹ ਨਾ ਕਰੀਏ, ਆਪਾਂ ਇਹ ਕਿੱਧਰ ਨੂੰ ਖੇਡ ਤੋਰ ਲਈ ਆ। ਔਰ ਮੈਂ ਤਾਂ ਕਿਉਂਕਿ ਨਾ ਤਾਂ ਕੋਈ ਡਿਵੀਜ਼ਨ ਹੈ ਕਾਂਗਰਸ ਦੇ ਵਿੱਚ, ਲੇਕਿਨ ਮੈਂ ਤੁਹਾਨੂੰ ਵੀ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ, ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ 'ਚ ਰਹਿਣਾ, ਆਪਣੇ ਬੱਚਿਆਂ ਨੇ ਪੰਜਾਬ 'ਚ ਪੜ੍ਹਨਾ, ਆਪਾਂ ਪੰਜਾਬ ਦੇ ਜੰਮਪਲ ਹੈ, ਆਪਾਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਦੇ ਆ, ਲੇਕਿਨ ਆਪਾਂ ਡਿਵੀਜ਼ਨ ਦੀ ਗੱਲ ਨਾ ਕਰਕੇ ਆਪਾਂ ਇੱਕ ਸਿਸਟਮ ਦੀ ਔਰ ਇੱਕ ਇਸ਼ੂਜ਼ ਦੀ ਗੱਲ ਕਰੀਏ। ਕਿਉਂਕਿ ਜੇ ਆਪਾਂ ਇਸ਼ੂਜ਼ ਦੀ ਗੱਲ ਨਹੀਂ ਕਰਾਂਗੇ, ਮੈਂ ਤਾਂ ਕਈ ਵਾਰੀ ਐਕਚੁਅਲੀ ਹੁਣ ਹੋ ਕੀ ਰਿਹਾ ਕਿ ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਉਸ ਗਰੁੱਪ ਦੇ ਵਿੱਚ ਕਿੰਨੇ ਬੰਦੇ ਆ, ਮੈਨੂੰ ਤਾਂ ਇਹ ਨਹੀਂ ਲੱਗਿਆ ਵੀ ਕਿਹੜਾ ਗਰੁੱਪ ਹੈ। ਇਹ ਗਰੁੱਪ ਕ੍ਰੀਏਟ ਕੀਤੇ ਜਾ ਰਹੇ ਆ ਔਰ ਉਹਦੇ ਵਿੱਚ ਜਿਹੜੇ ਸੀਨੀਅਰ ਬੰਦੇ ਜਿਹੜੇ ਕਹਿੰਦੇ ਜੀ ਹੁਣ ਫਲਾਣੇ ਗਰੁੱਪ 'ਚ ਕੋਈ ਚਾਹ ਪੀ ਕੇ ਫੋਟੋ ਖਿਚਾ ਰਿਹਾ, ਕੋਈ ਕੁਛ ਕਰਕੇ ਫੋਟੋ ਖਿਚਾ ਰਿਹਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਆਪਾਂ ਇਸ਼ੂਜ਼ ਦੀ ਗੱਲ ਕਰੀਏ, ਆਪਾਂ ਲੋਕਾਂ ਦੇ ਵਿੱਚ ਜਾਣਾ, ਜਿਹੜੇ ਇਸ਼ੂਜ਼ ਨੂੰ ਆਪਾਂ ਖੜੇ ਹੋਏ ਆ ਨਾ, ਉਸ ਇਸ਼ੂਜ਼ ਤੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ। ਔਰ ਇੱਕ ਹੋਰ ਪ੍ਰਥਾ ਚੱਲ ਪਈ ਵੀ ਜਿਹੜੇ PA ਆ ਉਹਨਾਂ ਤੇ ਪਰਚਾ, ਸਾਡੇ ਇੱਕ ਮੰਤਰੀ ਦੇ PA ਤੇ ਮੇਰਾ ਖਿਆਲ ਹੈ ਵੀ 3-4 ਮਹੀਨੇ ਬਾਅਦ ਜਾਂ 7 ਮਹੀਨੇ ਬਾਅਦ ਪਰਚਾ ਦਿੱਤਾ, ਤੇ ਜਿਹੜੇ ਤੁਹਾਡੇ PA ਆ ਜਿਹੜੇ ਪਿਛਲੇ 4-4.5 ਸਾਲਾਂ ਦੇ ਵਿੱਚ ਜਿੱਥੇ 7 ਸਟਾਰ ਹੋਟਲ ਤੇ 7 ਸਟਾਰ ਹੀ ਲਗਭਗ ਮੈਰਿਜ ਪੈਲੇਸਿਸ, ਤੇ ਇੱਕ OSD ਤਾਂ ਉਹ ਆ ਵੀ STF ਦੀ ਰਿਪੋਰਟ ਦੇ ਵਿੱਚ ਜਿਹੜਾ ਰਾਣੂ ਸਰਪੰਚ ਫੜਿਆ ਸੀ ਤੇ ਉਹਦਾ ਨਾਂ ਉਹਦੇ ਵਿੱਚ ਬੋਲਦਾ, ਕਦੀ ਆਪਾਂ ਕਿੱਧਰ ਨੂੰ, ਆਪਣਾ ਸਟਾਫ ਕਿੱਧਰ ਨੂੰ ਜਾਣਾ, ਆਪਾਂ ਕਿਤੇ ਤਾਂ ਖੜ ਜਾਈਏ। ਔਰ ਪਤਾ ਨਹੀਂ, ਹੁਣ ਮੈਂ ਤਾਂ ਹੈਰਾਨਗੀ ਮੈਨੂੰ ਇਸ ਗੱਲ ਦੀ ਆ ਵੀ ਜਿਹੜਾ ਆ ਬਠਿੰਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਜਿਹੜਾ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਾਈ ਗਈ ਆ, ਉਹਨੂੰ ਨੋਮੀਨੇਟ ਤਾਂ ਕਰ ਲਿਆ, ਪਰ ਕੈਪਟਨ ਸਾਹਿਬ ਉਹਦੇ ਤੋਂ ਪੜਦਾ ਜਿਹੜਾ ਇਹ ਸ਼ਰਾਰਤ ਹੋਈ ਆ, ਔਰ ਇਹ ਸ਼ਰਾਰਤ BJP ਵੱਲੋਂ ਹੋਈ ਆ, ਕਿਉਂਕਿ BJP ਦਾ ਇੱਕ ਲੀਡਰ ਜਿਹੜਾ ਉਹਦੇ ਵਿੱਚ ਇਨਵੋਲਵ ਹੋਇਆ, ਉਹਦੀ ਫੁਟੇਜ ਵੀ ਆਈ ਆ ਜਾਂ ਹੋਰ ਵੀ ਚੀਜ਼ਾਂ ਆਈਆਂ, ਤੇ ਆਪਾਂ ਇਹੋ ਜਿਹੀਆਂ ਸ਼ਰਾਰਤਾਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਇਹ ਪੰਜਾਬ ਲਈ ਬਹੁਤੀ ਚੰਗੀ ਗੱਲ ਨਹੀਂ ਹੈ। ਔਰ ਮੈਂ ਅੱਛਾ ਉਦੋਂ ਗਾਂਹ ਸੁਣ ਲਓ, ਇੱਕ ਪਾਸੇ ਤਾਂ ਅਸੀਂ IG ਪਰਮਰਾਜ ਉਮਰਾ ਨੰਗਲ ਨੂੰ ਸਸਪੈਂਡ ਕੀਤਾ ਹੋਇਆ, ਤੇ ਇੱਕ ਉਹਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਸੀ CWP 22,703 2020 ਦੀ। ਉਹਦੇ ਵਿੱਚ ਜਿਹੜਾ ਸਾਡਾ ਐਡਵੋਕੇਟ ਜਨਰਲ ਦਾ ਅੰਗੇਜ ਕੀਤਾ ਹੋਇਆ ਵਕੀਲ ਹੈ, ਉਹਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ। ਮੈਂ ਤਾਂ ਵੈਸੇ ਹੀ ਉਹ ਪੜ੍ਹਨ ਲੱਗ ਪਿਆ, ਮੈਂ ਕਿਹਾ ਦੇਖਾਂ ਤਾਂ ਸਹੀ ਵੀ ਇਹ ਕੀ ਕਰਨ ਡਏ ਆ, ਤੇ ਔਨ ਰਿਕਾਰਡ ਉਹਦੇ ਵਿੱਚ ਕਿਹਾ ਗਿਆ ਵੀ ਅਸੀਂ ਇਹਦੇ ਅਗੇਂਸਟ ਕੋਈ ਪ੍ਰੋਸੀਡਿੰਗ ਜਿਹੜੀਆਂ ਉਹ ਬਿਲਕੁਲ ਨਹੀਂ ਕਰਾਂਗੇ। ਇੱਕ ਪਾਸੇ ਉਹਨੂੰ ਸਸਪੈਂਡ ਕੀਤਾ ਹੋਇਆ ਆ, ਉਹਦੀ ਫਾਈਲ, ਉਹਦੇ ਗਾਂਹ ਐਕਸ਼ਨ, ਲੇਕਿਨ ਦੂਸਰੇ ਪਾਸੇ ਅਸੀਂ ਜਿਹੜਾ ਆ ਅਸੀਂ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦੇਣ ਰਹੇ ਆ। ਕੈਪਟਨ ਅਮਰਿੰਦਰ ਸਿੰਘ ਜੀ, ਇਹ ਸਰਕਾਰ ਕੌਣ ਚਲਾ ਰਿਹਾ, ਇਹ ਕਿੱਦਾਂ ਚੱਲ ਰਹੀ ਆ? ਮੈਨੂੰ ਤਾਂ ਕਈ ਵਾਰੀ ਅਸਲੀ ਗੱਲ ਹੈ, ਮੈਂ ਬਹੁਤ ਰਿਸਪੈਕਟ ਕਰਦਾ, ਕਿਉਂਕਿ ਇਸ ਕਰਕੇ ਕਰਦਾ ਵੀ ਇਸ ਬੰਦੇ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਜਿਹੜੀ ਆ ਉਹ ਸਾਰਿਆਂ ਨਾਲੋਂ ਚੰਗੀ ਸੀ, ਪਰ ਮੈਨੂੰ ਹੁਣ ਕਈਆਂ ਚੀਜ਼ਾਂ ਤੇ ਸ਼ੱਕ ਹੁੰਦਾ ਵੀ ਇਹਨਾਂ ਦੀ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਵੀ ਹੈਗੀ ਆ। ਮੈਨੂੰ ਇਸ ਗੱਲ ਤੇ ਵੀ, ਕਿਉਂਕਿ ਆਪਾਂ ਕਿੰਨੇ ਕੁ ਚਿਰ ਪਰਦੇ ਪਾਈ ਜਾਵਾਂਗੇ, ਆਪਾਂ ਕਿੰਨਾ ਕੁ ਚਿਰ ਇਹਨਾਂ ਨੂੰ ਢਕੀ ਜਾਵਾਂਗੇ।
ਔਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਮ ਸੇ ਕਮ ਤੁਸੀਂ ਜੇ ਇਹ ਜਿਹੜੀਆਂ ਸਿਲੈਕਟਿਵ ਖਬਰਾਂ ਜਿਹੜੀਆਂ ਖਾਸ ਕਰਕੇ ਡੋਜ਼ੀਅਰ ਦੀਆਂ ਲੱਗ ਰਹੀਆਂ, ਤੇ ਜੇ ਅਲਟੀਮੇਟਲੀ ਇਹ ਗੱਲ ਸੱਚੀ ਆ, ਇਹ ਤੁਹਾਡੀ ਕਨਫੈਸ਼ਨਲ ਸਟੇਟਮੈਂਟ ਆ, ਔਰ ਉਸ ਕਨਫੈਸ਼ਨਲ ਸਟੇਟਮੈਂਟ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟਸ ਆ ਬੜੇ ਮਾੜੇ ਹੋਣਗੇ। ਔਰ ਦੇਖੋ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਮੈਨੂੰ ਲੱਗਦਾ ਸਭ ਤੋਂ ਔਖਾ ਰਿਫਾਰਮ ਕਰਨਾ, 1.25 ਲੱਖ ਟੀਚਰ ਹੈ, ਮੇਰਾ ਖਿਆਲ 23 ਤੋਂ 24 ਲੱਖ ਬੱਚਾ, ਅਸੀਂ ਜੇ 3 ਸਾਲਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਰਿਫਾਰਮ ਕਰਕੇ, ਕਿਉਂਕਿ ਜੇ ਪੋਲੀਟੀਕਲ ਵਿਲ ਹੈ, ਆਫੀਸਰਸ ਦੀ ਵਿਲ ਹੈ, ਤਾਂ ਫਿਰ ਆਪਾਂ ਜੇ 22ਵੇਂ ਸਥਾਨ ਤੋਂ ਪਹਿਲੇ ਸਥਾਨ 'ਤੇ ਪਹੁੰਚ ਸਕਦੇ। ਇਹਦਾ ਮਤਲਬ ਬਾਕੀ ਕੰਮਾਂ 'ਚ ਸਾਡੀ ਪੋਲੀਟੀਕਲ ਵਿਲ ਹੈ ਨਹੀਂ। ਉਹਦੇ ਲਈ ਮੈਂ ਨਹੀਂ ਕਹਿੰਦਾ ਤੁਸੀਂ ਉਹ ਰਾਈਟਲੀ ਕਲੇਮ ਵੀ ਕਰਦੇ ਆ, ਔਰ ਮੈਂ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੀ ਗੱਲ ਚੰਗੀ ਆ ਉਹ ਚੰਗੀ ਵੀ ਹੈਗੀ ਆ, ਪਰ ਆਪਾਂ ਇਹ ਸਿਸਟਮ ਨੂੰ ਕਿੱਧਰ ਨੂੰ ਤੋਰ ਰਹੇ ਆ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਔਰ ਜੇ ਕੋਈ ਕੁਐਸਚਨ ਕਿਸੇ ਵੀ ਦੋਸਤ ਨੇ ਕਰਨਾ ਤਾਂ ਡੈਫੀਨੇਟਲੀ। ਪ੍ਰਗਟ ਜੀ ਰਿਪੋਰਟ ਸੌਂਪ ਦਿੱਤੀ ਗਈ ਹੈ, ਤੁਸੀਂ ਆਪਣੇ ਵੱਲੋਂ ਕੀ ਕਹਿ ਕੇ ਆਏ ਸੀਗੇ ਕਿ ਅੱਜ ਜਿਹੜੀ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਤੌਰ ਤੇ ਗੱਲਾਂ ਸਾਹਮਣੇ ਆ ਰਹੀਆਂ ਕਿ 40 ਵਿਧਾਇਕਾਂ ਦੇ ਨਾਮ ਤੇ ਇਹ ਗੱਲ ਆਖੀ ਹੈ ਕਿ ਇਹਨਾਂ ਦੇ ਨਾਮ ਕਿਸੇ ਨਾ ਕਿਸੇ ਘੁਟਾਲੇ ਦੇ ਵਿੱਚ ਹੈਗੇ, ਇੱਦਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ। ਮੈਂ ਤਾਂ ਇਹੀ ਗੱਲ ਤੁਹਾਡੇ ਸਾਹਮਣੇ ਕਹੀ ਹੈ, ਔਰ ਮੈਂ ਉੱਥੇ ਵੀ ਇਹ ਕਹਿ ਕੇ ਆਇਆ, ਮੈਂ ਆਪਣੇ ਆਪ ਨੂੰ ਬਾਹਰ ਨਹੀਂ ਕਰਦਾ, ਕਿਉਂਕਿ ਜੇ ਇੱਦਾਂ ਦੀਆਂ ਹੈਗੀਆਂ ਤਾਂ ਫਿਰ ਚੀਫ ਮਿਨਿਸਟਰ ਨੂੰ ਰੋਕਦਾ ਕੌਣ ਹੈ? ਹੁਣ ਤੱਕ ਕੌਣ ਰੋਕਦਾ ਸੀ? ਹੁਣ ਤੱਕ ਕੌਣ ਰੋਕਦਾ ਸੀਗਾ? ਨਹੀਂ, ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਜਿਹੜੀ ਗੱਲ ਮੈਂ ਬੇਸਿਕਲੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹ ਤਾਂ ਮੈਂ ਇਸ ਗੱਲ 'ਤੇ ਹੈਰਾਨਗੀ ਆ ਵੀ ਕੋਈ ਚੀਫ ਮਿਨਿਸਟਰ ਇੱਦਾਂ ਵੀ ਕਰਦਾ ਹੁੰਦਾ। ਡਿਫਰੈਂਸਿਸ ਹੋ ਜਾਂਦੇ ਆ, ਪਰ ਔਰ ਉਹ ਮਿਨਿਸਟਰ ਜਿਹੜਾ ਔਨ ਰਿਕਾਰਡ 2 ਵਾਰੀ ਕੰਪਨਸੇਸ਼ਨ ਲੈ ਬੈਠਾ, ਤੇ ਉਹਨੂੰ ਆਪਾਂ ਕਿੱਦਾਂ ਲਕੋਲਾਂਗੇ? ਨਹੀਂ, ਉਹ ਸਾਰਿਆਂ ਨੂੰ ਪਤਾ, ਕਿਉਂਕਿ ਉਹ ਤਾਂ ਸਟੇਟਮੈਂਟ ਆਈ ਹੋਈ ਆ। ਨਹੀਂ, ਮੈਂ ਤਾਂ ਇੱਕ ਜਨਰਲ, ਕਿਉਂਕਿ ਦੇਖੋ ਮੈਂ ਤਾਂ 2019 ਦੇ ਵਿੱਚ ਇੱਕ ਚਿੱਠੀ ਲਿਖੀ ਸੀ, ਉਹਦੇ ਵਿੱਚ ਜਿਹੜੇ 5-7 ਇਸ਼ੂ ਆ, ਮੈਂ ਤਾਂ ਅਜੇ ਵੀ ਉੱਥੇ ਹੀ ਖੜਾ, ਕਿਉਂਕਿ ਉਹਨਾਂ ਨੂੰ ਇਹ ਨਹੀਂ ਹੱਥ ਤੱਕ ਨਹੀਂ ਲਾਇਆ। ਐਕਚੁਅਲੀ ਮੈਟਰ ਹੀ ਉਹ ਕਰਦੇ ਸੀਗੇ। ਜੇ ਮੈਟਰ ਹੀ ਉਹ ਕਰਦੇ ਸੀ ਤਾਂ ਫਿਰ ਐਂਡ ਆਫ ਦਾ ਡੇ ਕਿਉਂਕਿ ਕਈ ਵਾਰੀ ਤਾਂ ਕਈ ਬੰਦੇ ਤਾਂ ਇਹ ਕਹਿੰਦੇ ਹੁੰਦੇ ਆ ਵੀ ਅੱਜ ਮੈਂ ਸਲਾਹ ਦੇ ਰਿਹਾ, ਮੈਂ ਤਾਂ ਅੱਜ ਤੋਂ 1.5-2 ਸਾਲ ਪਹਿਲਾਂ ਇਹ ਸਲਾਹ ਦਿੱਤੀ ਸੀ ਵੀ ਆਉਣ ਵਾਲਾ ਸਮਾਂ, ਕਿਉਂਕਿ ਵਿਜ਼ੂਅਲਾਈਜੇਸ਼ਨ ਕੀ ਹੁੰਦੀ ਆ? ਵਿਜ਼ੂਅਲਾਈਜੇਸ਼ਨ ਤਾਂ ਇਹੀ ਹੁੰਦੀ ਆ ਵੀ ਹਾਂ ਵੀ ਅਸੀਂ ਆਉਣ ਵਾਲੇ ਸਮੇਂ ਨੂੰ ਭਾਂਪ ਕੇ ਤੇ ਉੱਦਾਂ ਦੇ ਕੰਮ ਕਰ ਲਈਏ ਤਾਂ ਕਿ ਸਾਨੂੰ ਇਹੋ ਜਿਹੀ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਗਟ ਜੀ, ਮੰਨਦੇ ਹੋ ਕਿ ਮੁੱਖ ਮੰਤਰੀ ਸਾਹਿਬ ਨੂੰ ਵਿਜ਼ਨ ਨਹੀਂ ਰਹੀ ਜਿਹੜੀ ਤੁਸੀਂ ਉਮੀਦ ਲਾਈ ਬੈਠੇ ਸੀਗੇ ਪਿਛਲੇ ਸਮੇਂ ਦੇ ਵਿੱਚ? ਨਹੀਂ, ਡਿਲੀਵਰੀ ਤਾਂ ਬਿਲਕੁਲ ਹੈ ਨਹੀਂ। ਵਿਜ਼ਨ ਤਾਂ ਦੇਖੋ, ਮੈਂ ਤਾਂ 2017 ਦੀ ਵੀ, ਮੈਂ ਤਾਂ ਪਹਿਲੀ ਵਾਰੀ ਵੀ ਇਹ ਗੱਲ ਕਹੀ ਆ ਵੀ 2017 ਦੇ ਵਿੱਚ ਤਾਂ ਉਹਨਾਂ ਦੇ ਨਾਂ ਨੂੰ ਵੋਟਾਂ ਪਾਈਆਂ ਸੀ। ਲੋਕੀ ਸਮਝਦੇ ਸੀ ਕਿ ਹਾਂ ਬਈ, ਔਰ ਉਹ ਵੀ 80 MLAਆਂ ਦੀ ਜੇ ਸਰਕਾਰ ਹੋਵੇ ਤਾਂ ਫਿਰ ਕਮਜ਼ੋਰੀ ਹੋਵੇ, ਤਾਂ ਫਿਰ ਮੈਨੂੰ ਲੱਗਦਾ ਕਿ ਕਿਤੇ ਐਡਮਿਨਿਸਟ੍ਰੇਟਿਵ ਕੈਪੇਬਿਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਆ। ਪ੍ਰਗਟ ਜੀ, ਸਰਕਾਰ ਚਲਾ ਕੌਣ ਰਿਹਾ ਵੀ ਤੁਹਾਡੇ ਸਾਹਮਣੇ? ਤੁਸੀਂ ਤਾਂ ਸਿਸਟਮ ਦੇ ਵਿੱਚ ਹੈਗੇ ਹੋ। ਸਰਕਾਰ ਮੈਨੂੰ ਤਾਂ ਆਪ ਨਹੀਂ ਸਮਝ ਆਈ ਵੀ ਕੌਣ ਚਲਾ ਰਿਹਾ, ਕਿਉਂਕਿ ਇੱਕ ਪਾਸੇ ਤਾਂ ਅਸੀਂ ਪਰਮਰਾਜ ਉਮਰਾ ਨੰਗਲ ਦੇ ਅਗੇਂਸਟ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਤੇ ਹਾਈ ਕੋਰਟ ਦੇ ਵਿੱਚ ਅਸੀਂ ਜਾ ਕੇ ਸਟੇਟਮੈਂਟ ਦੇਣ ਰਹੇ ਆ, ਔਰ ਉੱਥੇ ਇਹ ਵੀ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਵੀ ਹੈਗੀ ਹੈ ਇਹ ਸਟੇਟਮੈਂਟ ਰਿਕਾਰਡ ਕਰਾਉਣ ਦੀ? ਉਹਨਾਂ ਨੇ ਕਿਹਾ ਮੇਰੇ ਕੋਲ ਕੰਪੀਟੈਂਟ ਅਥਾਰਟੀ ਦੇ ਵੱਲੋਂ ਮੇਰੇ ਕੋਲ ਕਲੀਅਰ ਕੱਟ ਇੰਸਟਰਕਸ਼ਨਸ ਹੈਗੀਆਂ ਵੀ ਹਾਂ ਵੀ ਅਸੀਂ ਇਹਨਾਂ 'ਤੇ ਕੋਈ ਕੇਸ ਜਿਹੜਾ ਉਹ ਜਿਹੜੀਆਂ ਪ੍ਰੋਸੀਡਿੰਗ ਆ ਉਹ ਨਹੀਂ ਚਲਾਵਾਂਗੇ। ਪੋਸਟਰ ਮਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਪਟਿਆਲੇ ਲੱਗੇ ਸਿੱਧੂ ਦੇ ਪੋਸਟਰ, ਅੰਮ੍ਰਿਤਸਰ ਲੱਗੇ ਕੈਪਟਨ ਏਕੀ ਹੁੰਦਾ, ਇਹ ਪੋਸਟਰ ਮਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸੱਚੀ ਗੱਲ ਦੱਸਾਂ, ਇਹ ਬੱਚਿਆਂ ਦੀ ਲੜਾਈ ਨਹੀਂ ਹੈ,
ਪੋਸਟਰਾਂ ਨਾਲ ਕੀ ਹੋ ਜਾਊਗਾ? ਜੇ ਕੋਈ ਕਹੇ ਵੀ ਹਾਂ ਬਈ ਜੇ ਕਿਸੇ ਨੂੰ ਕਈ ਵਾਰੀ ਨਾ ਭੁਲੇਖਾ ਪੈ ਜਾਵੇ ਤਾਂ ਉਹ ਸ਼ਾਇਦ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦਾ ਹੁੰਦਾ ਵੀ ਮੈਂ ਕੈਪਟਨ ਹੀ ਆ। ਮੈਂ ਹੁਣ ਮੰਨ ਲਓ ਸਪੋਜ਼ ਮੇਰੇ ਵਰਗੇ ਨੇ ਜੇ ਇੰਡੀਆ ਟੀਮ ਦਾ ਕਪਤਾਨ ਆ ਤਾਂ ਮੈਂ ਕਪਤਾਨ ਆ, ਮੈਨੂੰ ਕੌਨਫੀਡੈਂਸ ਹੋਣਾ ਚਾਹੀਦਾ ਵੀ ਮੈਂ ਕਪਤਾਨ ਆ। ਕਿਸੇ ਦੇ ਕਹਿਣ ਨਾਲ, ਕਿਸੇ ਦੇ ਪੋਸਟਰ ਲਾਉਣ ਨਾਲ ਕੀ ਹੋ ਜਾਂਦਾ? ਪਰ ਇੱਕ ਪਾਸੇ ਜਿਸ ਤਰ੍ਹਾਂ ਡੋਜੀਅਰ ਦੀਆਂ ਗੱਲਾਂ ਹੋ ਰਹੀਆਂ, ਦੂਜੇ ਪਾਸੇ ਜਿਹੜਾ ਇਰੀਗੇਸ਼ਨ ਘੁਟਾਲਾ ਹੋਇਆ, ਇਹ ਸੀਐਮ ਦੀ ਮਜਬੂਰੀ ਤੇ ਕਮਜ਼ੋਰੀ ਕਿੱਥੇ ਹੈ? ਮੈਂ ਤਾਂ ਕਹਿੰਦਾ ਮਜਬੂਰੀ ਵੀ ਆ, ਕਮਜ਼ੋਰੀ ਵੀ ਆ। ਜੇ 80 ਬੰਦਿਆਂ ਦੇ ਐਮਐਲਏ, ਮੈਂ ਤਾਂ ਇੱਕ ਵਾਰੀ ਇਹ ਵੀ ਕਿਹਾ ਸੀ, ਮੈਂ ਕਿਹਾ ਜੀ ਜਿਹੜੇ ਕੋਈ ਐਮਐਲਏ ਤੁਹਾਨੂੰ ਲੱਗਦੇ ਕਰਪਟ ਆ ਉਹਨਾਂ ਨੂੰ ਵੀ ਠੋਕ ਲਓ। ਇਹ ਤਾਂ ਹੁੰਦਾ ਕਈ ਵਾਰੀ ਸਰਕਾਰ 60-62 ਦੀ ਹੋਵੇ ਤੇ 59 ਚਾਹੀਦੇ ਨਾ ਮੇਰੇ ਖਿਆਲ ਆਪਾਂ ਨੂੰ, ਆਹ ਹੀ ਚਾਹੀਦੇ। ਆਓ ਤੇ ਉਹਦੇ ਵਿੱਚ ਤਾਂ ਕਈ ਵਾਰੀ ਡਰ ਹੁੰਦਾ। 80 ਦੇ ਵਿੱਚ ਕਾਹਦਾ ਡਰ ਹੁੰਦਾ? 80 ਦੇ ਵਿੱਚ ਤਾਂ ਡਰ ਹੀ ਕੋਈ ਨਹੀਂ ਲੰਮਾ ਚੌੜਾ ਹੁੰਦਾ। ਫਿਰ ਹਾਈ ਕਮਾਂਡ ਨੂੰ ਜਿਹੜੇ ਡੋਜੀਅਰ ਨਹੀਂ ਹੈਗੇ ਉਹਨਾਂ ਦੇ ਟਿਕਟਾਂ ਕੱਢ ਦੇਣੀਆਂ ਚਾਹੀਦੀਆਂ ਕਿ ਤੁਹਾਡੇ ਨਾਲ? ਨਹੀਂ, ਮੈਂ ਤਾਂ ਕਹਿੰਦਾ ਇਹਨੂੰ ਐਕਸੈਪਟ ਤਾਂ ਕਰਨ, ਪਬਲਿਕ ਸਟੇਟਮੈਂਟ ਤਾਂ ਦੇਣ ਕਿ ਹਾਂ ਬਈ ਇਹ ਐਕਚੁਅਲ ਗੱਲ ਕੀ ਆ। ਕਿਉਂਕਿ ਸਿਲੈਕਟਿਵਲੀ ਅੱਜ ਦੀ ਤਰੀਕ ਦੇ ਵਿੱਚ ਦੇਖੋ ਹਰ ਚੀਜ਼ ਨੂੰ ਸਿਲੈਕਟਿਵਲੀ ਲੀਕ ਕਰਨਾ, ਫਿਰ ਉਹਨੂੰ ਹੌਲੀ ਉਹ ਜਿੱਦਾਂ ਨਹੀਂ ਕਹਿੰਦੇ ਹੁੰਦੇ ਅੱਗ ਬਾਲ ਕੇ ਉਹਨੂੰ ਹੌਲੀ ਹਵਾ ਦੇਣੀ। ਤੇ ਮੈਂ ਕਹਿੰਦਾ ਗੱਲ ਸਿੱਧੀ ਕਰ ਲਓ। ਕਮੇਟੀ ਜਿਹੜੀ ਐਡਜਸਟਮੈਂਟ ਕਰ ਰਹੀ ਹੈ ਕਿ ਸਿੱਧੂ ਨੂੰ ਡਿਪਟੀ ਸੀਐਮ ਲਾ ਦਿੱਤਾ ਜਾਵੇ, 2 ਕਾਰਜਕਾਰੀ ਪ੍ਰਧਾਨ ਦੇਖੋ ਮੈਨੂੰ ਐਡਜਸਟ ਕੀਤਾ ਜਾ ਰਿਹਾ, ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਕਿਉਂਕਿ ਨਾ ਮੇਰੀ ਇੰਨੀ ਗੱਲ ਕਿਤੇ ਸੁਣਵਾਈ ਸੁਣੂਈ ਹੁੰਦੀ ਆ। ਮੈਂ ਫਾਰਵਰਡ ਕੀ ਹੈਗਾ ਹੁਣ ਸਭ ਨੂੰ ਪਤਾ ਸਿਚੁਏਸ਼ਨ ਕੀ ਹੈਗੀ ਹੈ, ਹੁਣ ਹੋਊਗਾ ਕੀ ਅੱਗੇ ਇਹ ਤਾਂ ਸਭ ਨੂੰ ਪਤਾ ਜੋ ਤੁਸੀਂ ਦੱਸ ਚਲੋ ਕੀ ਸੋਲੂਸ਼ਨ ਕੀ ਹੈ? ਨਹੀਂ, ਬੇਸਿਕਲੀ ਆਉਣ ਵਾਲਾ ਸਮਾਂ ਦੇਖਦੇ ਕੀ ਕਰਦੇ ਆ, ਕੀ ਇਹ ਕਹਿੰਦੇ ਆ। ਸਮਾਂ ਰਹਿ ਗਿਆ ਜੀ, ਸਮਾਂ ਰਹਿ ਗਿਆ ਨਹੀਂ, ਸਮਾਂ ਤਾਂ ਕੋਈ ਇਦਾਂ ਦੀ ਕੋਈ ਗੱਲ ਤਾਂ ਹੈ ਨਹੀਂ ਕਿ 8 ਮਹੀਨੇ ਰਹਿ ਗਏ ਸਾਰੇ। ਸਰ 8 ਦੇਖੋ ਜੇ ਕਰਨਾ ਹੋਵੇ ਤਾਂ ਬਹੁਤ ਕੁਝ ਹੋ ਜਾਂਦਾ। ਗੱਲ ਤਾਂ ਨੀਤ ਦੀ ਆ, ਹੋਰ ਤਾਂ ਕੋਈ ਰੌਲਾ ਨਹੀਂ ਹੈ। ਪ੍ਰਗਟ ਜੀ, ਐਚਐਸ ਸਕੂਲਕਾ ਨੇ ਵੀ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਕਹਿੰਦੇ ਕਿ ਸੈਂਡ ਮਾਫੀਆ ਦੇ ਪੇਰੋਲ ਤੇ ਬਹੁਤ ਸਾਰੇ ਵਿਧਾਇਕ ਹੈਗੇ ਨੇ, ਕਹਿੰਦੇ ਤੁਸੀਂ ਵੀ ਜਿਹੜਾ ਡੋਜ਼ੀਅਰ ਤਿਆਰ ਕੀਤਾ ਉਹਦੇ ਵਿੱਚ ਵੀ ਚਰਚਾਵਾਂ ਹੈ ਕਿ ਕਹਿੰਦੇ ਵਰਚੁਅਲੀ ਐਵੇਂ ਲੱਗ ਰਿਹਾ ਕਿ ਗਵਰਨਮੈਂਟ ਜਿਹੜੀ ਹੈਗੀ ਉਹ ਸੈਂਡ ਮਾਫੀਆ ਚਲਾ ਰਿਹਾ ਹੈਗਾ ਔਰ ਮਾਈਨਿੰਗ ਪਾਲਿਸੀ ਨੂੰ ਕਹਿੰਦੇ ਤਬਦੀਲ ਕਰਨ ਦੀ ਲੋੜ ਹੈਗੀ ਹੈ। ਪ੍ਰਾਈਵੇਟ ਪਾਰਟੀਆਂ ਨੂੰ ਮਾਈਨਿੰਗ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਨਾ ਦਿੱਤੀ ਜਾਵੇ, ਬਲਕਿ ਤੁਹਾਡੀ ਸਰਕਾਰ ਦੇ ਹੁੰਦਿਆਂ ਗਵਰਨਮੈਂਟ ਨੂੰ ਜਿਹੜੀ ਹੈਗੀ ਹੈ ਇਹ ਕਾਰਪੋਰੇਸ਼ਨ। ਮੈਂ ਤਾਂ ਤੁਹਾਨੂੰ ਦੱਸਿਆ ਵੀ ਜੇ ਗਵਰਨਮੈਂਟ ਦੀ ਪੋਲੀਟੀਕਲ ਐਡਮਿਨਿਸਟ੍ਰੇਸ਼ਨ ਦੀ ਬਿੱਲ ਹੈਗੀ ਆ ਤੇ ਜੇ ਅਸੀਂ 22ਵੇਂ ਨੰਬਰ ਤੋਂ ਐਜੂਕੇਸ਼ਨ ਦੇ ਉੱਤੇ ਥੈਂਕਸ ਟੂ ਕ੍ਰਿਸ਼ਨ ਕੁਮਾਰ ਐਂਡ ਥੈਂਕਸ ਟੂ ਕੈਪਟਨ ਅਮਰਿੰਦਰ ਸਿੰਘ ਕਿ ਜਿਨ੍ਹਾਂ ਨੇ, ਕਿਉਂਕਿ ਹੋ ਸਕਦਾ 2-3-4 ਐਮਐਲਏ ਕਹਿੰਦੇ ਤਾਂ ਉਹਨੂੰ ਟਰਾਂਸਫਰ ਕਰ ਦਿੰਦੇ, ਬਟ ਜੇ ਬਿੱਲ ਹੈਗੀ ਆ ਤੇ ਫਿਰ ਬਾਕੀ ਕੰਮਾਂ 'ਚ ਬਿੱਲ ਕਿਉਂ ਨਹੀਂ ਹੈ? ਕਿਉਂਕਿ ਜੇ ਬਿੱਲ ਹੈਗੀ ਆ ਤੇ 22ਵੀਂ ਪਲੇਸ ਤੋਂ ਅਸੀਂ ਜੇ ਪਹਿਲੀ ਪਲੇਸ ਤੇ ਆ ਗਏ ਆ ਤਾਂ ਫਿਰ ਇਹਦਾ ਮਤਲਬ ਤਾਂ ਬਿੱਲ ਦੀ ਕਮੀ ਆ ਨਾ। ਤੁਸੀਂ ਇਸ ਗੱਲ ਤੋਂ ਸਹਿਮਤ ਹੈਗੇ ਹੋ ਐਚਐਸ ਸਕੂਲਕਾ ਦੀ ਕਿ ਬਹੁਤ ਸਾਰੇ ਐਮਐਲਏ ਸੈਂਡ ਮਾਫੀਆ ਦੇ ਪੇਰੋਲ ਦੇ ਉੱਤੇ ਹੈਗੇ ਔਰ ਉਹ ਆਪ ਇਨਵੋਲਵ ਹੈਗੇ? ਮੈਂ ਤਾਂ ਕਹਿੰਦਾ ਜਿਹੜਾ ਵੀ ਬੰਦਾ ਹੋਵੇ, ਇਰਰਿਸਪੈਕਟਿਵ ਕਿ ਹਾਂ ਵੀ ਉਹ ਕੋਈ ਵੀ ਕੁਛ ਵੀ, ਕੋਈ ਐਮਐਲਏ ਆ, ਕੋਈ ਮਿਨਿਸਟਰ ਆ, ਕੋਈ ਐਸਐਚਓ ਆ, ਕੋਈ ਐਸਐਸਪੀ ਆ, ਮੈਂ ਤਾਂ ਹਮੇਸ਼ਾ ਇੱਕ ਸਿਸਟਮ ਦੀ ਗੱਲ ਕਰਦਾ ਔਰ ਸਾਫ਼ ਸੁਥਰੇ ਸਿਸਟਮ ਦੀ ਗੱਲ ਕਰਦਾ ਵੀ ਆਪਾਂ ਸਾਫ਼ ਸੁਥਰਾ ਸਿਸਟਮ ਇਨਵੋਲਵ ਕਰ ਲਈਏ। ਪਛਤਾਵਾ ਆ ਰਿਹਾ ਕਿ ਹੁਣ 4.5 ਸਾਲਾ ਸਰਕਾਰ ਦੇ ਨਾਲ ਲਾ ਲੈਣ, ਜੋ ਤੁਸੀਂ ਇਸ਼ੂ ਲੈ ਕੇ ਆਏ ਸੀ ਉਹ ਸੋਲਵ ਨਹੀਂ ਹੋਇਆ। ਨਹੀਂ, ਰਿਗਰੈਟ ਤਾਂ ਐਕਚੁਅਲੀ ਮੈਨੂੰ ਇਦਾਂ ਦਾ ਰਿਗਰੈਟ ਨਹੀਂ ਹੁੰਦਾ, ਪਰ ਮੈਨੂੰ ਇਹ ਫੀਲ ਹੁੰਦਾ ਕਿ ਜਿਹੜੀ ਗੱਲ ਹੋ ਸਕਦੀ ਸੀ ਜਦੋਂ ਉਹ ਨਹੀਂ ਅਸੀਂ ਕਰਦੇ ਤਾਂ ਉਹਦਾ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ। ਪੋਲੀਟੀਕਲ ਲੜਾਈ ਤੇ ਬੇਅਦਬੀ ਹੋ ਰਹੀ ਸੀ, ਨਸ਼ਿਆਂ ਨੂੰ ਲੈ ਕੇ ਸਾਫ਼ ਨਹੀਂ ਹੈਗਾ, ਕਸੂਰਵਾਰ ਲੋਕ ਫੜੇ ਨਹੀਂ ਗਏ। ਉਹ ਲੜਾਈ ਚੱਲਦੀ ਡਿਪਟੀ ਸੀਐਮ ਦੇ ਅਹੁਦੇ ਤੇ ਪਹੁੰਚ ਗਈ ਹੈਗੀ, ਮੰਤਰੀਆਂ ਦੇ ਫੇਰ ਬਦਲ ਦੇ ਤੱਕ ਪਹੁੰਚ ਗਈ ਹੈਗੀ। ਦੇਖੋ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹੈਗਾ, ਗੱਲ ਤਾਂ ਇਸ਼ੂਜ਼ ਦੀ ਆ। ਉੱਥੇ ਡਿਪਟੀ ਸੀਐਮ A ਬਣ ਜਾਵੇ, B ਬਣ ਜਾਵੇ, ਨਾ ਬਣੇ, ਕੋਈ ਮੰਤਰੀ ਹੋਰ ਬਣ ਜਾਵੇ, ਕੋਈ ਨਾ ਬਣੇ, ਅਲਟੀਮੇਟਲੀ ਤਾਂ ਅਸੀਂ ਜਿਹੜੇ ਇਸ਼ੂਜ਼ ਤੇ ਖੜੇ ਆ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਲੋਕਾਂ ਨੂੰ ਕੀ ਉਹਦਾ ਇਨਸਾਫ ਮਿਲ ਜੂਗਾ। ਜੇ ਮੰਨ ਲਓ 4 ਮੰਤਰੀ ਬਦਲ ਵੀ ਜਾਣਗੇ ਤੇ ਲੋਕਾਂ ਨੂੰ ਉਹਦਾ ਕੀ ਫਾਇਦਾ ਹੋਊਗਾ। ਅਲਟੀਮੇਟਲੀ ਤਾਂ ਜਿਹੜੇ ਇਸ਼ੂਜ਼ ਹੈ ਸਾਨੂੰ ਉਹਨੂੰ ਐਡਰੈਸ ਕਰਨ ਦੀ ਜ਼ਰੂਰਤ ਹੈ। ਸਕ੍ਰਿਪਟ ਕਿੱਦਾਂ ਦੀ? ਨਹੀਂ, ਜਦੋਂ ਨਲਾਇਕੀ ਆ, ਜਦੋਂ ਐਗਜ਼ੀਕਿਊਸ਼ਨ ਨਹੀਂ ਹੁੰਦੀ ਤੇ ਉਹਨੂੰ ਤੁਸੀਂ ਕੁਝ ਵੀ ਸਮਝ ਸਕਦੇ ਆ। ਇਹ ਤੁਸੀਂ ਸੁਖਬੀਰ ਬਾਦਲ ਵਾਲੀ ਗੱਲ ਤਾਂ ਨਹੀਂ ਕਰਦੇ ਵੀ ਉਹਨੇ ਪੀ ਕੇ ਨੇ ਖਰੇ ਉਹ ਸਟੇਟਮੈਂਟ ਦੀ ਗੱਲ ਤਾਂ ਨਹੀਂ ਤੁਸੀਂ ਕਰਨ ਡਏ ਕਦੇ।
ਤੁਸੀਂ ਕਿਹਾ ਕਿ ਮੇਰੇ ਤਾਂ ਜਿਹੜੀ ਉਮੀਦਾਂ ਸੀ ਉਹ ਤਾਂ ਪੂਰੀਆਂ ਨਹੀਂ ਹੋਈਆਂ। ਹੁਣ ਤੁਹਾਡਾ ਅੱਗੇ ਤੁਹਾਡੀ ਰਣਨੀਤੀ ਕੀ ਹੈ ਕਿ ਤੁਸੀਂ ਪਾਰਟੀ ਚੁਣੋਗੇ ਜਾਂ ਅਲੱਗ? ਦੇਖੋ ਮੈਂ ਤਾਂ ਫਾਈਟ ਕਰਨ ਵਾਲਾ ਬੰਦਾ, ਫਾਈਟ ਤਾਂ ਮੈਂ ਕਰੂੰਗਾ। ਨਹੀਂ ਵਿਦਿਨ ਪਾਰਟੀ ਜਾਂ ਨਹੀਂ, ਹਜੇ ਤੱਕ ਤਾਂ ਮੈਂ ਪਾਰਟੀ ਦੇ ਵਿੱਚ ਹੀ ਆ। ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਨਾ ਮੈਂ ਹਾਰਡ ਲਾਈਨਰ ਕਾਂਗਰਸੀ ਆ ਤੇ ਨਾ ਹਾਰਡ ਲਾਈਨਰ ਅਕਾਲੀ ਆ, ਮੈਂ ਤਾਂ ਹਾਰਡ ਲਾਈਨਰ ਪੰਜਾਬੀ ਆ। ਪੰਜਾਬ ਦੀ ਗੱਲ ਕਰੂੰਗਾ, ਜਿੱਥੇ ਜਿੱਥੇ ਗੱਲ ਕਰਨ ਦੀ ਜ਼ਰੂਰਤ ਪਈ, ਜਿਹੜਾ ਵੀ ਕੋਈ ਬੰਦਾ, ਕਿਉਂਕਿ ਪਾਰਟੀਆਂ ਕੋਈ ਬਾੜੀਆਂ ਨਹੀਂ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ, ਪਾਰਟੀਆਂ ਨਹੀਂ ਕੋਈ ਬਾੜੀਆਂ, ਉਹਨੂੰ ਚਲਾਉਣ ਵਾਲੇ ਬੰਦੇ ਮਾੜੇ ਚੰਗੇ। ਪੀਏ ਦੀ ਗੱਲ ਕੀਤੀ ਤੁਸੀਂ ਸ਼ਬਦ ਵੀ ਕੀ ਹੈ ਜੀ, ਉਹ ਕੀ ਹੈ ਮਸਲਾ ਉਹਦਾ ਐਜੂਕੇਸ਼ਨ ਕਰੋ ਵੀ ਕੌਣ ਆ? ਤਾਂ ਬੇਸਿਕਲੀ STF ਦੀ ਰਿਪੋਰਟ ਤੁਸੀਂ ਲੈ ਕੇ ਕਿਤੇ ਪੜ੍ਹ ਲਿਓ, ਉਹਦੇ ਵਿੱਚ ਇਹਨਾਂ ਦਾ ਇੱਕ OSD ਆ ਜਿਹਦੀਆਂ ਉਸ ਸਰਪੰਚ ਰਾਣੂ ਨਾਲ ਪ੍ਰਾਪਰਟੀਆਂ ਸਾਂਝੀਆਂ ਹੈਗੀਆਂ। ਤੇ ਤੁਹਾਨੂੰ ਕਿਹਨੂੰ ਨਹੀਂ ਪਤਾ ਵੀ 7 ਸਟਾਰ ਹੋਟਲ ਤੇ 7 ਸਟਾਰ ਜਿਹੜੇ ਆਹ ਮੈਰਿਜ ਪੈਲੇਸ ਆ ਕਿਹਨੇ ਬਣਾਏ ਆ ਪਿਛਲੇ 4 ਸਾਲਾਂ 'ਚ? ਇਹ OSD ਜਿਹਨੇ ਤੁਹਾਨੂੰ ਧਮਕੀ ਦਿੱਤੀ ਸੀ, ਇਹ ਉਹੀ OSD ਜਿਹਨੇ ਤੁਹਾਨੂੰ ਧਮਕੀ ਦਿੱਤੀ ਸੀ? ਨਹੀਂ, ਇਹ ਤਾਂ ਹੋ ਰਿਹਾ, ਕਿਉਂਕਿ ਮੈਂ ਤਾਂ PA ਦੀ ਗੱਲ ਕਰਦਾ ਵੀ ਆ PA ਜਿਹੜੇ ਹੈਗੇ ਆ, ਕਮ ਸੇ ਕਮ ਆਪਣੇ PA ਤਾਂ ਦੇਖ ਲਓ ਤੁਸੀਂ, ਇਹ ਕੀ ਕਰਦੇ ਆ। ਕਿਸੇ ਦਿਨ ਆਪਾਂ ਉੱਥੇ ਹੀ ਚੱਲ ਚਲਾਂਗੇ ਜੇ ਜ਼ਰੂਰਤ ਪਈ ਨਾ, ਐਡੀ ਕਿਹੜੀ ਗੱਲ। ਪਰ ਜਿਹੜਾ ਇਰੀਗੇਸ਼ਨ ਘਟਾਲਾ ਤਾਂ ਲੱਗਦਾ ਕਿ ਸੌਦਾ ਹੋ ਗਿਆ ਜੀ। ਦੇਖੋ ਗੱਲ ਇਹ ਆ ਕਿ ਜਦੋਂ 4 ਸਾਲਾਂ 'ਚ ਉਹਦਾ ਕੁਝ ਨਹੀਂ ਹੋਇਆ, ਤੇ ਜਦੋਂ ਬੇਸਿਕਲੀ 2003 ਦਾ ਰਜਿਸਟਰਡ ਕੀਤਾ ਹੋਇਆ ਕੇਸ, ਜਦੋਂ ਉਹਦੀ ਐਗਜ਼ੀਕਿਊਸ਼ਨ ਹੋਈ ਆ ਤੇ ਜਦੋਂ ਉਹਦਾ ਟ੍ਰਾਇਲ ਹੋਇਆ, ਉਹਦੇ ਤੋਂ ਬਾਅਦ 2013 ਕਿ 14 'ਚ ਕੁਇਟਲ ਹੋਈ ਆ। ਤੇ ਉਹਦੇ ਵਿੱਚ ਬੇਸਿਕਲੀ ਜਦੋਂ ਇਹੋ ਜਿਹੇ ਆਫੀਸਰ ਮਾੜੇ ਵੀ ਹੈਗੇ ਆ, ਚੰਗੇ ਵੀ ਹੈਗੇ ਆ, ਪਰ ਅਸੀਂ ਕਰਦੇ ਕੀ ਆ, ਅਸੀਂ ਮਾੜਿਆਂ ਨੂੰ ਕਈ ਵਾਰੀ ਇਹੋ ਜਿਹੀ ਜਗ੍ਹਾ ਤੇ ਲਾ ਕੇ ਇਹ ਸੋਚਦੇ ਆ ਵੀ ਸ਼ਾਇਦ ਇਹ ਸਾਨੂੰ ਬਹੁਤ ਵਧੀਆ ਕੰਮ ਦਊ। ਅਸੀਂ ਕਿਉਂ ਇਹਨਾਂ ਨੂੰ ਬੇਸਿਕਲੀ, ਅਸੀਂ ਉਹਨਾਂ ਨੂੰ ਮਿਸਯੂਜ਼ ਕਰਦੇ ਆ, ਉਹ ਸਾਨੂੰ ਮਿਸਯੂਜ਼ ਕਰਦੇ ਆ, ਪੋਲੀਟੀਕਲ ਸਿਸਟਮ ਨੂੰ ਮਿਸਯੂਜ਼ ਕਰਦੇ ਆ। ਤੁਹਾਡੀ ਸਿੱਧੂ ਨਾਲ ਆਖਰੀ ਵਾਰ ਗੱਲਬਾਤ ਕਦੋਂ ਹੋਈ, ਕੀ ਹੋਇਆ, ਸਿੱਧੂ ਕੀ ਸੋਚ ਰਿਹਾ? ਕਿਉਂਕਿ ਸਿੱਧੂ ਵੀ ਦਿੱਲੀ ਆਪਣੀ ਗੱਲ ਕਰਕੇ ਆਏ ਆ। ਯਾਰ ਸਿੱਧੂ ਵਾਲੀ ਗੱਲ ਤਾਂ ਸਿੱਧੂ ਨੂੰ ਪੁੱਛ ਲਓ, ਕਿਉਂਕਿ ਉਹ ਯਾਰ ਮਿੱਤਰ ਹੈਗਾ, ਪਰ ਉਹ ਨਹੀਂ ਮਿਲਦਾ ਹੈਗਾ। ਤੇਰਾ ਵੀ ਤਾਂ ਚੰਗਾ ਮਿੱਤਰ ਆ। ਨਹੀਂ, ਉਦੋਂ ਬਾਅਦ ਮੇਰੇ ਨਾਲ ਨਹੀਂ ਮੁਲਾਕਾਤ। ਪ੍ਰਗਟ ਜੀ, ਚਰਚਾ ਚੱਲ ਰਹੀ ਹੈ ਕਿ ਸਿੱਧੂ ਨਾਲ ਅੱਜ ਕੱਲ੍ਹ ਮੁੱਦੇ ਬਹੁਤੀ ਬਣਦੀ ਹੈ, ਤੋਂ ਲੱਗ ਪਾਰਟੀ ਬਣਾਉਂਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ। ਐਕਚੁਅਲੀ ਇਹ ਤਾਂ ਦੇਖੋ, ਮੇਰੇ ਵਰਗਾ ਬੰਦਾ ਕਿਉਂ ਔਰ ਪਾਰਟੀਆਂ ਬਣਾਉਣੀਆਂ ਕੋਈ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ। ਅੱਛਾ, ਇਹ ਤਾਂ ਕੋਈ ਉਹ ਜਿੱਦਾਂ ਨਾ ਸਿਲੈਕਟਿਵ ਜੀ ਲੀਕੇਜ ਉਹ ਕਰ ਦਿੰਦੇ ਆ, ਇੱਦਾਂ ਦੀ ਸਿਲੈਕਟਿਵ ਜੀ ਕੋਈ ਗੱਲ ਕਰ ਦਿੰਦੇ ਆ ਵੀ ਉਹ ਪਾਰਟੀ ਕਾਹਦੇ ਨਾਲ ਬਣਾ ਲੈਣੀ। ਪਾਰਟੀਆਂ ਬਹੁਤ, ਕਿਉਂਕਿ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ। ਪਿਛਲੇ ਸਮੇਂ ਦੇ ਵਿੱਚ ਵੀ ਪਾਰਟੀਆਂ ਬਹੁਤ ਬਣ ਚੁੱਕੀਆਂ। ਆਪਾਂ ਪਾਰਟੀ ਕੋਈ ਮਾੜੀ ਚੰਗੀ ਹੈ ਹੀ ਨਹੀਂ, ਉਹਦੇ ਚਲਾਉਣ ਵਾਲੇ ਬੰਦੇ ਮਾੜੇ ਚੰਗੇ ਆ। ਨਹੀਂ, ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਸਾਨੂੰ ਸਾਰਿਆਂ ਨੂੰ ਅਪਰੋਚ ਕੀਤਾ ਸੀ, ਪਰ ਤੁਸੀਂ ਕਿਸੇ ਨੇ ਰਿਸਪੌਂਸ ਨਹੀਂ ਕੀਤਾ ਕਿ ਜੇ ਕੋਈ ਚੰਗੇ ਸਾਰੇ ਇੱਦਾਂ ਦੇ ਬੰਦੇ ਇਕੱਠੇ ਹੋ ਕੇ ਦੇਖੋ ਅਕ੍ਰੋਸ ਦਾ ਪਾਰਟੀ ਲਾਈਨ ਬੰਦੇ ਚੰਗੇ, ਕਿਉਂਕਿ ਓਪੋਜੀਸ਼ਨ 'ਚ ਵੀ ਬੰਦੇ, ਕਿਉਂਕਿ ਜਦੋਂ ਓਪੋਜੀਸ਼ਨ 'ਚ ਵੀ ਬੰਦੇ ਚੰਗੇ ਹੁੰਦੇ ਆ ਤਾਂ ਵੀ ਸਰਕਾਰ ਚੰਗੀ ਚੱਲਦੀ ਆ। ਇਹ ਨਹੀਂ ਹੁੰਦਾ ਵੀ ਅਕ੍ਰੋਸ ਦਾ ਪਾਰਟੀ ਲਾਈਨ ਹੋ ਸਕਦਾ ਵੀ, ਕਿਉਂਕਿ ਦੇਖੋ ਫਰੈਂਕਲੀ ਸਪੀਕਿੰਗ ਜਿਹੜੇ ਮਿਸਟਰ ਖਹਿਰਾ ਆ, ਉਹਨਾਂ ਨੇ ਬਹੁਤ ਇਸ਼ੂ ਚੱਕੇ ਪਰ ਆ ਜਿਹੜਾ ਲਾਸਟ ਦੇ ਉੱਤੇ ਗੱਲ ਹੋਈ ਆ ਨਾ, ਮੈਨੂੰ ਲੱਗਦਾ ਇਹ ਨਹੀਂ ਸੀ ਹੋਣੀ ਚਾਹੀਦੀ। ਕਿਉਂਕਿ ਮੇਰੇ ਵਰਗਾ ਬੰਦੇ ਨੂੰ ਤਾਂ ਇਹ ਆ ਵੀ ਰਾਦਰ ਆਈ ਵਿਲ ਕੁਇਟ ਐਂਡ ਸਿਟ ਐਟ ਹੋਮ। ਇਹ ਫਿਰ ਕੀ ਕਰਨਾ, ਕਿਉਂਕਿ ਜੇ ਸਪੋਜ਼ ਇੰਨਾ ਲੜ ਕੇ ਜੇ ਠੀਕ ਨਹੀਂ ਹੋ ਸਕਦਾ ਤਾਂ ਫਿਰ ਥੈਂਕ ਯੂ ਵੈਰੀ ਮੱਚ। ਫਿਰ ਕਿਉਂਕਿ ਪੰਜਾਬ ਮੇਰੇ ਇਕੱਲੇ ਦਾ ਤਾਂ ਨਹੀਂ ਹੈ ਨਾ, ਪੰਜਾਬ ਆਪਣਾ ਸਾਰਿਆਂ ਦਾ ਸਾਂਝਾ। ਪੰਜਾਬ ਕਿਹਦਾ ਨਹੀਂ ਹੈਗਾ, ਕਿਉਂਕਿ ਜਿਹਨੂੰ ਵੀ ਲੱਗਦਾ ਵੀ ਹਾਂ ਵੀ ਆਪਾਂ ਕੰਟਰੀਬਿਊਟ ਕਰ ਸਕਦੇ, ਉਹਨੂੰ ਕੰਟਰੀਬਿਊਟ ਕਰਨਾ ਚਾਹੀਦਾ। ਔਰ ਜਿਹੜਾ ਡੈਮੋਕ੍ਰੇਸੀ ਦਾ ਖਾਸ ਕਰਕੇ ਚੌਥਾ ਥੰਮ ਹੈ, ਉਹਨੂੰ ਤਾਂ ਬਹੁਤ ਵੱਡੇ ਲੈਵਲ ਤੇ ਇਹਨੂੰ ਜਿਹੜਾ ਆ ਉਹ ਸਪੋਰਟ ਕਰਨਾ ਚਾਹੀਦਾ, ਤਾਂ ਕਿ ਕਿਉਂਕਿ ਆਪਣੇ ਸਾਰਿਆਂ ਨੇ ਆਪਾਂ ਇੱਥੇ ਰਹਿਣਾ, ਆਪਣੇ ਬੱਚੇ ਇੱਥੇ ਰਹਿਣੇ ਆ, ਪੜ੍ਹਨੇ ਇੱਥੇ ਆ। ਕਿਉਂਕਿ ਜੇ ਐਜੂਕੇਸ਼ਨ ਸਿਸਟਮ ਨੂੰ, ਹੈਲਥ ਸਿਸਟਮ ਨੂੰ, ਕਿਉਂਕਿ ਜੇ ਐਜੂਕੇਸ਼ਨ ਸਿਸਟਮ ਇੰਪਰੂਵ ਹੋਇਆ ਤਾਂ ਹੈਲਥ ਸਿਸਟਮ ਕਿਉਂ ਨਹੀਂ ਇੰਪਰੂਵ ਹੋ ਸਕਦਾ, ਮਾਈਨਿੰਗ ਕਿਉਂ ਨਹੀਂ ਇੰਪਰੂਵ ਹੋ ਸਕਦੀ, ਡਰੱਗਸ ਕਿਉਂ ਨਹੀਂ ਇੰਪਰੂਵ ਹੋ ਸਕਦੀ। 2022 ਦਾ ਚਿਹਰਾ ਕਿਹੜਾ ਨਜ਼ਰ ਆ ਰਿਹਾ ਤੁਹਾਨੂੰ? ਕਿਉਂਕਿ ਕੁਝ ਕਹਿ ਰਹੇ ਕਮੇਟੀ ਦੇ ਅੰਦਰ ਕਹਿ ਕੇ ਆਏ ਆ ਕਿ ਕੈਪਟਨ ਚਿਹਰਾ ਬਦਲੋਗੇ ਚੋਣ ਜਿੱਤੇ। ਨਹੀਂ, ਮੈਂ ਤਾਂ ਇਹ ਗੱਲ ਕਹੀ ਆ, ਮੈਨੂੰ ਬਾਕੀਆਂ ਦਾ ਨਹੀਂ ਪਤਾ। ਨਹੀਂ, ਮੈਂ ਤਾਂ ਇਹ ਕਿਹਾ ਵੀ ਹਾਂ ਵੀ ਜੇ ਰੱਖੋਗੇ ਤਾਂ ਫਿਰ ਸਾਡੇ ਲਈ ਬੜਾ ਮੁਸ਼ਕਲ ਹੈ। ਕੈਪਟਨ ਰੱਖੋਗੇ? ਹਾਂ, ਡੈਫੀਨੇਟਲੀ ਮੈਂ ਤਾਂ ਕਿਹਾ, ਕਿਉਂਕਿ ਮੈਂ ਕੋਈ ਲਕੋ ਕੇ ਨਹੀਂ ਗੱਲ ਕਰਦਾ। ਮੈਂ ਤਾਂ ਸਾਰਾ ਕੁਝ ਹੀ ਕਿਹਾ, ਔਰ ਉਹ ਚਿੱਠੀਆਂ ਵੀ ਦਿੱਤੀਆਂ ਜਿਹੜੀਆਂ ਮੈਂ ਪਹਿਲਾਂ ਲਿਖੀਆਂ ਸੀ। ਮੈਂ ਕਿਹਾ ਜੀ ਆਹ ਪੜ੍ਹ ਲਿਓ, ਇਹਦੇ ਵਿੱਚੋਂ ਤੁਹਾਨੂੰ ਸਾਰਾ ਕੁਝ ਲੱਭ ਜੂ। ਕਹਿੰਦੇ ਇਹ ਪੌਣੇ 2 ਸਾਲ ਪਹਿਲਾਂ ਤੂੰ ਚਿੱਠੀ ਲਿਖੀ ਸੀ। ਮੈਂ ਕਿਹਾ ਮੈਂ ਤਾਂ ਉਦੋਂ ਦਾ ਕਹਿਣ ਡਿਆ, ਨਹੀਂ ਕਿਸੇ ਨੇ ਸੁਣੀ। ਸਰ ਕਹਿੰਦੇ ਦਿੱਲੀ ਨੂੰ ਖਬਰ ਆ ਗਈ, ਸੋਨੀਆ ਗਾਂਧੀ ਮੈਡਮ ਨੇ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਸੀਐਮ ਬਣੇ ਰਹਿਣਗੇ।
ਚਲੋ ਮੈਂ ਤਾਂ ਦੇਖੋ ਅਲਟੀਮੇਟਲੀ ਮੈਂ ਤਾਂ ਕੋਈ ਫਾਈਨਲ ਅਥਾਰਟੀ ਤਾਂ ਹੈ ਨਹੀਂਗਾ। ਮੈਂ ਤਾਂ ਜਿਹੜੀ ਗੱਲ ਮੈਂ ਕਹਿ ਸਕਦਾ ਮੈਂ ਉਹ ਕਹਿਣਾ। ਬਾਕੀ ਤਾਂ ਇਹ 80 MLA ਹੈਗੇ ਆ, ਉਹਨਾਂ ਨੂੰ ਵੀ ਇਸ ਗੱਲ ਤੇ ਸੋਚਣ ਦੀ ਜ਼ਰੂਰਤ ਹੈਗੀ ਹੈ। ਇੱਕ ਪੰਜਾਬ ਦੀਆਂ ਹਵਾਵਾਂ 'ਚ ਇੱਕ ਹੋਰ ਖਬਰ ਚੱਲਦੀ ਹੈ ਤੁਹਾਡੇ ਬਾਰੇ ਕਿ ਆਮ ਆਦਮੀ ਪਾਰਟੀ ਨਾਲ ਕੁਝ ਗੱਲਬਾਤ ਚੱਲਦੀ ਹੈ, ਕੋਈ ਇਸ ਤਰੀਕੇ ਦੀ? ਯਾਰ ਜਿੱਦਾਂ ਦੀ ਪਾਰਟੀ ਬਣਾਉਣ ਦੀ ਚੱਲਦੀ ਹੋਣੀ ਉੱਦਾਂ ਦੀ ਆ ਚੱਲਦੀ ਕੋਈ ਹੋਣੀ। ਇਹਦੇ 'ਚ ਹੈ ਪ੍ਰੋਟੈਸਟ ਵੀ ਹੋਈ? ਮੈਂ ਤਾਂ ਯਾਰ ਸਾਰਿਆਂ ਨਾਲ ਤੁਹਾਡੇ ਨਾਲ ਵੀ ਮਿਲਦਾ, ਜੇ ਕੋਈ ਮੈਨੂੰ ਸਾਹਮਣੇ ਆ ਜਾਵੇ, ਮੈਨੂੰ ਅੱਜ ਤੱਕ ਕਦੀ ਇੱਦਾਂ ਦੀ ਗੱਲ, ਕਿਉਂਕਿ ਮੈਂ ਤਾਂ ਕਈ ਵਾਰੀ ਅਕ੍ਰੋਸ ਦਾ ਪਾਰਟੀ ਲਾਈਨ ਜੇ ਉਹ ਚੰਗੀ ਗੱਲ ਕਰਦੇ ਆ ਮੈਂ ਤਾਂ ਉਹ ਵੀ ਕਹਿ ਦਿੰਦਾ। ਜੇ ਮੈਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕੀਤੀ ਆ, ਪਰ ਜਿਹੜੀ ਗੱਲ ਐਜੂਕੇਸ਼ਨ ਦੀ ਹੋਈ ਆ ਮੈਂ ਉਹ ਵੀ ਕਹੀ ਆ, ਕਿਉਂਕਿ ਮੈਂ ਤਾਂ ਜੇ ਗਲਤੀ ਵੀ ਕਰਾਂ ਤਾਂ ਮੈਂ ਮੰਨਣ ਨੂੰ ਤਿਆਰ ਰਹਿੰਦਾ ਵੀ ਮੇਰੇ ਕੋਲ ਆ ਗਲਤੀ ਹੋ ਗਈ, ਤੇ ਜਿਹੜੀ ਗੱਲ ਠੀਕ ਹੈ ਤੇ ਉਹ ਠੀਕ ਠੋਕ ਵਜਾ ਕੇ ਤੁਹਾਡੇ 'ਚ ਕਹਿੰਦਾ। ਅੱਛਾ, ਪਾਰਟੀ 'ਚ ਗੱਲ ਨਹੀਂ ਹੁਣ ਸੁਣੀ ਜਾ ਰਹੀ, ਜਿਹੜੇ ਤੁਹਾਡੇ ਇਸ਼ੂ ਸੀ ਉਹ ਰਿਜ਼ੋਲਵ ਨਹੀਂ ਹੋ ਰਹੇ ਹੈ, ਕੀ ਹੁਣ ਪਾਰਟੀ ਤੋਂ ਅਲੱਗ ਹੋ ਕੇ ਇਸ਼ੂ ਚੱਕਣ ਦੀ ਗੱਲ ਤੁਹਾਡੇ ਮਨ ਦੇ ਵਿੱਚ ਹੈ? ਨਹੀਂ ਹਜੇ ਤਾਂ ਯਾਰ ਹਜੇ ਤਾਂ ਮੈਂ ਪਾਰਟੀ 'ਚ ਹੀ ਹਾਂ, ਕਿਉਂ ਮੈਨੂੰ ਕਾਹਨੂੰ ਕਢਾਉਣ ਨੂੰ ਤੁਸੀਂ ਤੁਰੇ ਫਿਰਦੇ ਆ? ਇਹ ਸੰਭਾਵਨਾ ਹੈ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਯਾਰ? ਤੁਹਾਨੂੰ ਪ੍ਰਗਟ ਨਹੀਂ ਤੁਹਾਨੂੰ ਲੱਗਦਾ ਕਿ ਹੋਏਗਾ ਕੀ, ਜਾਂ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਹੋ ਜਾਣ ਤੇ ਕਾਂਗਰਸ ਜਿੱਤ ਸਕੇ? ਆਪਾਂ ਤਾਂ ਯਾਰ ਆਪਾਂ ਹੁਣ ਪਹਿਲਾਂ ਕੀ ਕਰਦੇ ਰਹੇ, ਅੱਧਾ ਘੰਟਾ ਤਾਂ ਇਹੀ ਕਹਿੰਦੇ ਰਹੇ। ਨਹੀਂ ਤੁਸੀਂ ਕਹਿੰਦੇ ਸੀਐਮ ਬਦਲਿਆ ਜਾਵੇ, ਸਾਰਾ ਸੀਐਮ ਸਾਰੀ ਲੀਡਰਸ਼ਿਪ ਬਦਲੀ ਜਾਵੇ। ਨਹੀਂ ਮੈਂ ਤਾਂ ਕਹਿੰਦਾ ਇਹ ਕਰ ਦੇਵੇ, ਇਹ ਕਰ ਦੇਣ ਤਾਂ ਇਹਦੇ 'ਚ ਵੀ ਕੀ ਸਾਨੂੰ ਪ੍ਰੋਬਲਮ ਹੈ? ਮੈਨੂੰ ਇਦਾਂ ਦਾ ਕੋਈ ਇਸ਼ੂ ਤਾਂ ਨਹੀਂ ਹੈ। ਮੇਰਾ ਤਾਂ ਇਸ਼ੂ ਬੇਸ, ਕਿਉਂਕਿ ਬੇਸਿਕਲੀ ਦੇਖੋ ਮੀਡੀਆ ਇੱਕ ਇਹ ਕਰਾਉਂਦਾ ਕਿ ਹਾਂਜੀ ਉਹ ਇੰਨੇ ਗਰੁੱਪ 'ਚ ਇੰਨੇ ਬੰਦੇ ਆ, ਇੰਨੇ ਗਰੁੱਪ 'ਚ ਇੰਨੇ ਬੰਦੇ ਆ, ਅਸੀਂ ਤਾਂ ਕਿਸੇ ਗਰੁੱਪ 'ਚ ਹੀ ਹੈ ਨਹੀਂਗੇ। ਮੈਂ ਡਿਨਰ ਕਰਦੇ ਰਹੇ, ਵੱਖ-ਵੱਖ ਮੀਟਿੰਗਾਂ ਕਰਦੇ ਹੋ, ਕਿਹੜਾ ਗਰੁੱਪ ਹੁੰਦਾ? ਨਹੀਂ ਡਿਨਰ ਕਰਨਾ ਮਾੜੀ ਗੱਲ ਨਹੀਂ ਹੈ, ਡਿਨਰ ਕਰਨਾ ਮਾੜੀ ਗੱਲ ਨਹੀਂ ਉਹਦਾ, ਲੇਕਿਨ ਮੈਸੇਜ ਦੇਣਾ ਇਹ ਮਾੜੀ ਗੱਲ ਹੈ। ਜੇ ਤੁਸੀਂ ਕਹਿੰਦਾ ਕਿਹਾ ਸੀ ਕਿ ਸੀਐਮ ਬਦਲਿਆ ਜਾਏਗਾ, ਪ੍ਰਧਾਨ ਜੀ ਉੱਪਰ ਵੀ ਗੱਲ ਰੱਖੀ ਸੀ। ਨਹੀਂ ਮੈਂ ਤਾਂ ਪ੍ਰਧਾਨ ਦੀ ਕੋਈ ਗੱਲ ਨਹੀਂ ਕੀਤੀ। ਮੈਂ ਤਾਂ ਕਹਿੰਦਾ ਦੇਖੋ ਸਰਕਾਰ ਆ, ਸਰਕਾਰ ਜੇ ਐਗਜ਼ੀਕਿਊਟ ਕਰ ਲਵੇ ਤਾਂ ਸਾਨੂੰ ਕੀ ਪ੍ਰੋਬਲਮ ਹੈ, ਪਰ ਜੇ ਨਹੀਂ ਕਰਦੇ ਤਾਂ ਦੈਨ देयर इज अ प्रॉब्लम। ਥੈਂਕ ਯੂ ਜੀ।